ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਬੜ ਭਾਗੇ ਹਾਂ ਸਭ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸੋ ਆਓ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ। ਪਿਆਰ ਨਾਲ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡ ਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸੋ ਆਓ ਅੱਜ ਗੁਰੂ ਘਰ ਦੀ ਐਨੀਵਰਸਰੀ ਨੂੰ ਮੁੱਖ ਰੱਖਦੇ ਹੋਏ, ਪੂਰਨਮਾਸੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਤੁਰਕੀ ਬਾਣੀ ਆਏ ਤਨ ਸਗਲੇ ਚਿੰਤ ਮਿਟਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹਨ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਸੋ ਸੰਗਤਾਂ ਤਨ ਮਨ ਧਨ ਕਰਕੇ ਸੇਵਾ ਕਰ ਰਹੀਆਂ ਨੇ, ਆਪਣੇ ਜੀਵਨ ਨੂੰ ਸਫਲ ਬਣਾ ਰਹੀਆਂ ਨੇ। ਸੋ ਗੁਰਮੁਖ ਪਿਆਰਿਓ, ਆਓ ਅੱਜ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਬੜਾ ਲੰਮਾ ਹੈ। ਜੇ ਅਨੰਦਪੁਰ ਸਾਹਿਬ ਜੀ ਦਾ ਇਤਿਹਾਸ ਹੀ ਸਰਵਣ ਕਰਨਾ ਹੋਵੇ ਤਾਂ ਇਕੱਲੇ ਅਨੰਦਪੁਰ ਸਾਹਿਬ ਦੇ ਵਿੱਚ ਹੀ ਬੜਾ ਸਮਾਂ ਲੱਗ ਜਾਂਦਾ, ਕਿਉਂਕਿ ਕਈ ਵੱਡੀਆਂ ਜੰਗਾਂ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਲੜੀਆਂ। ਖਾਲਸਾ ਪੰਥ ਦੀ ਸਿਰਜਣਾ ਹੋਈ, ਸਤਿਗੁਰਾਂ ਨੇ ਕਿਲ੍ਹੇ ਬਣਵਾਏ ਤੇ ਗੁਰਮੁਖ ਪਿਆਰਿਓ ਬੜਾ ਸਮਾਂ ਲੱਗ ਜਾਂਦਾ ਜੇ ਕਿਤੇ ਇੱਕ ਇੱਕ ਕਿਲ੍ਹੇ ਦੀ ਵਿਆਖਿਆ ਕਰਨੀ ਹੋਵੇ। ਕਿੰਨੇ ਕੌਤਕ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਵਿੱਚ ਵਰਤਾਉਂਦੇ ਸਨ। ਵੱਡੇ ਵੱਡੇ ਰਾਜੇ ਮਹਾਰਾਜੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਝੁਕਦੇ ਸਨ। ਅਸਾਮ ਦੇ ਵਿੱਚੋਂ ਰਾਜਾ ਰਤਨ ਰਾਏ ਵਰਗੇ ਬੜੀਆਂ ਕੀਮਤੀ ਚੀਜ਼ਾਂ ਭੇਟਾਵਾਂ ਲੈ ਕੇ ਗੁਰੂ ਘਰ ਦੇ ਵਿੱਚ ਹਾਜ਼ਰ ਹੋਏ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ। ਚੰਦਨ ਦੀ ਚੌਂਕੀ, ਪੰਜ ਕਲਾ ਸ਼ਾਸਤਰ, ਪ੍ਰਸਾਦੀ ਹਾਥੀ, ਇਹ ਭੇਟਾਵਾਂ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਈਆਂ। ਤੇ ਗੁਰਮੁਖ ਪਿਆਰਿਓ, ਬੜੇ ਰਾਜੇ ਮਹਾਰਾਜੇ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਸਨ ਭੇਟਾਵਾਂ ਲੈ ਕੇ। ਸਮਾਂ ਬਦਲਿਆ, ਸੰਨ 1704 ਦੇ ਵਿੱਚ
ਗੁਰਮੁਖ ਪਿਆਰਿਓ, ਪਹਾੜੀ ਰਾਜੇ 22 ਧਾਰ ਦੇ ਪਹਾੜੀ ਰਾਜੇ ਇਕੱਠੇ ਹੋਏ ਅਤੇ ਸੂਬਾ ਸਰਹੰਦ ਦੀ ਫੌਜ, ਦਿੱਲੀ ਦੀ ਸ਼ਾਹੀ ਫੌਜ, ਜਿੰਨੇ ਵੀ ਰਾਜੇ ਸਨ, ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਚਲੇ ਜਾਣ। ਤੇ ਗੁਰਮੁਖ ਪਿਆਰਿਓ, ਜਦੋਂ ਰਣਜੀਤ ਨਗਾਰਾ ਵੱਜਦਾ ਸੀ, ਉਹਦੀ ਧਮਕ ਸਾਰੇ ਪਹਾੜੀਆਂ ਦੇ ਵਿੱਚ ਜਦੋਂ ਗੂੰਜ ਪੈਂਦੀ ਸੀ, ਤੇ ਉਹਨਾਂ ਨੂੰ ਇਹ ਹੋਇਆ ਵੀ ਇੱਕ ਨਾ ਇੱਕ ਦਿਨ ਜ਼ਰੂਰ ਇਹ ਸਾਡੇ ਉੱਪਰ ਰਾਜ ਕਰਨਗੇ। ਇਸ ਕਰਕੇ ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਵੱਖਰੀ ਫੌਜ ਤਿਆਰ ਕੀਤੀ, ਚੜ੍ਹਦੀ ਕਲਾ ਵਾਲੇ ਸਿੰਘ ਜਵਾਨ ਫੌਜ ਦੇ ਵਿੱਚ ਭਰਤੀ ਹੋਏ ਤੇ ਜਿੰਨੀਆਂ ਜੰਗਾਂ ਲੜੀਆਂ ਤੇ ਸਾਰੀਆਂ ਜਿੱਤੀਆਂ ਗਈਆਂ। ਸਭ ਤੋਂ ਪਹਿਲਾ ਜੰਗ ਭੰਗਾਣੀ ਦਾ ਹੋਇਆ, ਉਹ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਜਿੱਤਿਆ। ਨਦੌਣ ਦੀ ਜੰਗ ਫਤਿਹ ਕੀਤੀ ਤੇ ਗੁਰਮੁਖ ਪਿਆਰਿਓ, ਵਿਸਾਲੀ ਦੀ ਜੰਗ ਹੋਈ, ਹੋਰ ਜੰਗਾਂ ਲੜੀਆਂ ਅਨੰਦਪੁਰ ਸਾਹਿਬ ਦੀਆਂ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਫਤਿਹ ਕੀਤੀਆਂ, ਜਿੱਤ ਹੋਈ ਸਾਰੀਆਂ ਜੰਗਾਂ ਦੇ ਵਿੱਚ। ਹੁਣ ਜਿਹੜੀਆਂ ਬੜੀਆਂ ਕੀਮਤੀ ਘਟਾਵਾਂ ਸਨ, ਵੱਡੇ ਵੱਡੇ ਰਾਜੇ ਮਹਾਰਾਜੇ ਵੀ ਝੁਕਦੇ ਸਨ ਕਲਗੀਆਂ ਵਾਲੇ ਪਾਤਸ਼ਾਹ ਦੇ ਦਰ ਤੇ ਗੁਰਮੁਖ ਪਿਆਰਿਓ, ਇਹ ਦੁਸ਼ਮਣਾਂ ਨੂੰ ਹਾਜ਼ਮ ਨਹੀਂ ਆ ਰਿਹਾ ਸੀ ਸਭ ਕੁਝ। ਈਰਖਾ ਰਾਜੇ ਭੀਮ ਚੰਦ ਵਰਗੇ ਕਰਨ ਲੱਗੇ ਤੇ ਗੁਰਮੁਖ ਪਿਆਰਿਓ, ਇਹ ਉਹੀ ਰਾਜੇ ਸਨ। ਇਹਨਾਂ ਰਾਜਿਆਂ ਦੇ ਜਿਹੜੇ 22 ਧਾਰ ਦੇ ਰਾਜੇ ਸੀ, ਇਹਨਾਂ 22 ਧਾਰ ਦੇ ਰਾਜਿਆਂ ਦੇ ਜਿਹੜੇ ਦਾਦੇ ਸੀ, ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛੁਡਵਾਏ ਸਨ, ਜੋ ਜਹਾਂਗੀਰ ਬਾਦਸ਼ਾਹ ਨੇ ਕੈਦ ਕੀਤੇ ਹੋਏ ਸਨ ਅਣਮਿੱਥੇ ਸਮੇਂ ਦੇ ਲਈ। ਤੇ ਗੁਰਮੁਖ ਪਿਆਰਿਓ, ਅੱਜ ਉਹਨਾਂ ਜਿਹੜੇ 52 ਰਾਜੇ ਸਦਾਏ ਸਨ, ਉਹਨਾਂ 52 ਰਾਜਿਆਂ ਦੇ ਪੋਤਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਈ ਬੈਠੇ ਨੇ। ਤੇ ਗੁਰਮੁਖ ਪਿਆਰਿਓ, ਜਦੋਂ ਘੇਰਾ ਪਿਆ ਅਨੰਦਪੁਰ ਸਾਹਿਬ ਦੇ ਕਿਲੇ ਨੂੰ, ਇਤਿਹਾਸਕਾਰ ਦੱਸਦੇ ਨੇ ਬੜਾ ਲੰਮਾ ਸਮਾਂ ਘੇਰਾ ਪਾਇਆ ਤੇ ਉਸ ਲੰਮੇ ਸਮੇਂ ਦੇ ਵਿੱਚ ਤਕਰੀਬਨ ਇਤਿਹਾਸਕਾਰ ਦੱਸਦੇ ਨੇ 6-7 ਮਹੀਨੇ ਦਾ ਸਮਾਂ ਤਕਰੀਬਨ ਘੇਰਾ ਪਿਆ। ਤੇ ਜਿਹੜੀਆਂ ਸ਼ਾਹੀ ਫੌਜਾਂ ਤੇ 22 ਧਾਰ ਦੇ ਪਹਾੜੀ ਰਾਜੇ, ਉਹਨਾਂ ਫੌਜਾਂ ਦੇ ਨੱਕ ਦੇ ਵਿੱਚ ਦਮ ਆ ਗਿਆ ਸੀ, ਕਿਉਂਕਿ ਇੰਨਾ ਲੰਮਾ ਸਮਾਂ ਘੇਰਾ ਪਾ ਕੇ ਰੱਖਿਆ। ਬਰਸਾਤਾਂ ਦੇ ਦਿਨ ਸਨ ਤੇ ਗੁਰਮੁਖ ਪਿਆਰਿਓ, ਬੜੇ ਫੌਜੀ ਜਵਾਨ ਉਹਨਾਂ ਦੇ ਵੀ ਮਰਦੇ ਸਨ। ਪਰ ਇੱਧਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਮੁਖ ਪਿਆਰਿਓ, ਉਹ ਸਮਾਂ ਜਿਹੜਾ ਸੀ, ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ। ਉਹਨਾਂ ਲੈਣਾ ਨੂੰ ਰਾਗੀ ਰਜਿੰਦਰ ਸਿੰਘ ਜੀ ਰਾਜਾ ਮਹਿਦੇਨਾ ਸਾਹਿਬ ਵਾਲੇ, ਉਹਨਾਂ ਨੇ ਗਾਇਨ ਕੀਤਾ। ਤੂਫਾਨ ਜੀ ਦੀ ਇਹ ਕਵਿਤਾ ਲਿਖੀ ਵੀ ਹੈ, ਬੜੇ ਸੋਹਣੇ
ਉਹਨਾਂ ਨੇ ਉਸ ਕਵਿਤਾ ਦੇ ਵਿੱਚ ਬੋਲ ਲਿਖੇ ਨੇ ਇਤਿਹਾਸ ਦੀਆਂ। ਆਓ ਉਹਨਾਂ ਸਤਰਾਂ ਨੂੰ ਆਪਾਂ ਗਾਇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਪਿਆਰ ਦੇ ਨਾਲ ਬੋਲਣ ਦੀ ਕਿਰਪਾਲਤਾ ਕਰੋ। ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ। ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ। ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ। ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ। ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ। ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ। ਅੱਗ ਈਰਖਾ ਸੀਗੀ ਬਲਦੀ ਦਿਲ ਦੇ ਵਿੱਚ ਗਦਾਰਾਂ ਦੇ। ਅੱਗ ਈਰਖਾ ਸੀਗੀ ਬਲਦੀ ਦਿਲ ਦੇ ਵਿੱਚ ਗਦਾਰਾਂ ਦੇ। ਸੀਗੀ ਵਰਦੀ ਦਿਲ ਦੇ ਵਿੱਚ ਗਦਾਰਾਂ ਦੇ। ਈਰਖਾ ਸੀਗੀ ਵਰਦੀ ਦਿਲ ਦੇ ਵਿੱਚ ਗਦਾਰਾਂ ਦੇ। ਗੁਰਮੁਖ ਪਿਆਰਿਓ, ਉਹਨਾਂ ਦੇ ਅੰਦਰ ਈਰਖਾ ਦੀ ਅੱਗ ਬਲ ਰਹੀ ਸੀ ਕਿਉਂਕਿ ਸਤਿਗੁਰਾਂ ਨੇ ਕਿਲੇ ਬਣਵਾਏ, ਰਣਜੀਤ ਨਗਾਰਾ ਬਣਵਾਇਆ ਤੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਜਿਨ੍ਹਾਂ ਦੇ ਦਾਦਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਾਇਆ ਸੀ, ਅੱਜ ਉਹੀ 22 ਧਾਰ ਦੇ ਰਾਜੇ ਗਦਾਰ ਬਣੇ ਨੇ, ਅਕਿਰਤ ਘਣ ਹੋ ਗਏ ਨੇ। ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜਾਵੇ ਉਹਨੂੰ ਕਹਿੰਦੇ ਨੇ ਅਕਿਰਤ ਘਣ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਧਰਤੀ ਕਹਿੰਦੀ ਭਾਰ ਨਹੀਂ ਲੱਗਦਾ, ਕਿੱਡੇ ਕਿੱਡੇ ਪਰਬਤ ਪਹਾੜ ਖੜੇ ਨੇ, ਅਸਮਾਨ ਦੇ ਨਾਲ ਛੂੰਹਦੇ ਨੇ। ਭਾਈ ਗੁਰਦਾਸ ਜੀ ਦੇ ਬਚਨ ਨੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਨਾ ਤਿਸ ਭਾਰੇ ਸਾਇਰਾਂ ਨਦ ਨਭਾ ਵਹੰਦੇ। ਨਦੀਆਂ ਨਾਲੇ ਕਿੰਨੇ ਵਗਦੇ ਨੇ, ਧਰਤੀ ਕਹਿੰਦੀ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਤਰਕਰਾਂ ਫਲ ਸੁਫਲ ਫਲੰਦੇ। ਤਰਵਰ ਕਹਿੰਦੇ ਆ ਦਰਖਤ ਨੂੰ, ਬੜੇ ਦਰਖਤ ਨੇ ਜਿਹੜੇ ਫਲਾਂ ਦੇ ਨਾਲ ਭਰੇ ਪਏ ਨੇ, ਧਰਤੀ ਨੂੰ ਭਾਰ ਨਹੀਂ ਲੱਗਦਾ। ਅਖੀਰ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਰੀ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ। ਉਸ ਅਕਿਰਤ ਘਣ ਦਾ ਭਾਰ ਲੱਗਦਾ ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜਾਵੇ। ਅੱਜ ਉਹ ਅਕਿਰਤ ਘਣਾਂ ਦੀਆਂ ਫੌਜਾਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ, ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾਈ ਖੜੀਆਂ ਨੇ। ਕਵੀ ਜੀ ਲਿਖਦੇ ਆ, ਅੱਗ ਈਰਖਾ ਸੀਗੀ ਬਲਦੀ ਅੱਗ ਈਰਖਾ ਸੀਗੀ ਬਲਦੀ ਦਿਲ ਦੇ ਵਿੱਚ ਗਦਾਰਾਂ ਦੇ। ਅੱਗ ਈਰਖਾ ਸੀਗੀ ਬਲਦੀ ਦਿਲ ਦੇ ਵਿੱਚ ਗਦਾਰਾਂ ਦੇ। ਈਰਖਾ ਸੀਗੀ ਬਲਦੀ ਦਿਲ ਦੇ ਵਿੱਚ ਗਦਾਰਾਂ ਦੇ। ਈਰਖਾ ਸੀਗੀ ਬਲਦੀ ਦਿਲ ਦੇ ਵਿੱਚ ਗਦਾਰਾਂ ਦੇ। ਸੀਗੀ ਬਲਦੀ ਦਿਲ ਦੇ ਵਿੱਚ ਗਦਾਰਾਂ ਦੇ। ਟਿੱਡੀ ਦਲ ਦੇ ਵਾਂਗੂ ਚੜ ਕੇ ਦੁਸ਼ਮਣ ਫੌਜਾਂ ਆਈਆਂ ਨੇ। ਟਿੱਡੀ ਦਲ ਦੇ ਵਾਂਗੂ ਚੜ ਕੇ ਦੁਸ਼ਮਣ ਫੌਜਾਂ ਆਈਆਂ ਨੇ। ਟਿੱਡੀ ਦਲ ਦੇ ਵਾਂਗੂ ਚੜ ਕੇ ਦੁਸ਼ਮਣ ਫੌਜਾਂ
ਅਨੰਦਪੁਰ ਬਣ ਗਿਆ ਜੰਗੀ ਖਾੜਾ, ਸਿੜਦੀਆਂ ਰੋਜ਼ ਲੜਾਈਆਂ ਨੇ। ਅਨੰਦਪੁਰ ਬਣ ਗਿਆ ਜੰਗੀ ਖਾੜਾ, ਸਿੜਦੀਆਂ ਰੋਜ਼ ਲੜਾਈਆਂ ਨੇ। ਅਨੰਦਪੁਰ ਬਣ ਗਿਆ ਜੰਗੀ ਖਾੜਾ, ਸਿੜਦੀਆਂ ਰੋਜ਼ ਲੜਾਈਆਂ ਨੇ। ਅਨੰਦਪੁਰ ਬਣ ਗਿਆ ਜੰਗੀ ਖਾੜਾ, ਸਿੜਦੀਆਂ ਰੋਜ਼ ਲੜਾਈਆਂ ਨੇ। ਬਣ ਗਿਆ ਜੰਗੀ ਬਾਕੀ ਨੇ ਜੋ ਕਿਲੇ ਗੁਰਾਂ ਦੇ ਦੁਸ਼ਮਣ ਮੱਲ ਕੇ ਬਹਿ ਗਏ ਨੇ। ਬਾਕੀ ਨੇ ਜੋ ਕਿਲੇ ਗੁਰਾਂ ਦੇ ਦੁਸ਼ਮਣ ਮੱਲ ਕੇ ਬਹਿ ਗਏ ਨੇ। ਬਾਕੀ ਜੋ ਕਿਲੇ ਗੁਰਾਂ ਦੇ ਦੁਸ਼ਮਣ ਮੱਲ ਕੇ ਬਹਿ ਗਏ ਨੇ। ਬਾਕੀ ਦੇ ਜੋ ਕਿਲੇ ਗੁਰਾਂ ਦੇ ਦੁਸ਼ਮਣ ਮੱਲ ਕੇ ਬਹਿ ਗਏ ਨੇ। ਬਾਕੀ ਦੇ ਜੋ ਕਿਲੇ ਗੁਰਾਂ ਦੇ ਦੁਸ਼ਮਣ ਮੱਲ ਕੇ ਬਹਿ ਗਏ ਨੇ। ਬਾਕੀ ਦੇ ਜੋ ਕਿਲੇ ਗੁਰਾਂ ਦੇ ਦੁਸ਼ਮਣ ਮੱਲ ਕੇ ਬਹਿ ਗਏ ਨੇ। ਲੋਹਗੜ੍ਹ ਤੇ ਆਨੰਦਗੜ੍ਹ ਦੋਨੋਂ ਲੋਹਗੜ੍ਹ ਤੇ ਆਨੰਦਗੜ੍ਹ ਦੋਨੋਂ ਕਿਲੇ ਗੁਰਾਂ ਕੋਲ ਰਹਿ ਗਏ ਨੇ। ਲੋਹਗੜ੍ਹ ਤੇ ਆਨੰਦਗੜ੍ਹ ਦੋਨੋਂ ਕਿਲੇ ਗੁਰਾਂ ਕੋਲ ਰਹਿ ਗਏ ਨੇ। ਲੋਹਗੜ੍ਹ ਤੇ ਕਿਲੇ ਗੁਰਾਂ ਕੋਲ ਰਹਿ ਗਏ ਨੇ। ਲੋਹਗੜ੍ਹ ਤੇ ਆਨੰਦਗੜ੍ਹ ਦੋਨੋਂ ਕਿਲੇ ਗੁਰਾਂ ਕੋਲ ਰਹਿ ਗਏ ਨੇ। ਲੋਹਗੜ੍ਹ ਤੇ ਆਨੰਦਗੜ੍ਹ ਦੋਨੋਂ ਕਿਲੇ ਗੁਰਾਂ ਕੋਲ ਰਹਿ ਗਏ ਨੇ। ਲੋਹਗੜ੍ਹ ਤੇ ਕਿਲੇ ਗੁਰਾਂ ਕੋਲ ਰਹਿ ਗਏ ਨੇ। 5 ਕਿਲੇ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਬਣਵਾਏ। ਕਿਲਾ ਹੋਲਗੜ੍ਹ, ਕਿਲਾ ਨਰਮੋਗੜ੍ਹ, ਕਿਲਾ ਤਾਰਾਗੜ੍ਹ ਤੇ ਲੋਹਗੜ੍ਹ ਤੇ ਆਨੰਦਗੜ੍ਹ ਕਿਲਾ। ਬਾਕੀ ਦੇ ਕਿਲੇ ਗੁਰਮੁਖ ਪਿਆਰਿਓ ਦੁਸ਼ਮਣਾਂ ਦੀਆਂ ਫੌਜਾਂ ਨੇ ਮੰਨ ਲਏ ਨੇ। ਲੋਹਗੜ੍ਹ ਤੇ ਆਨੰਦਗੜ੍ਹ ਇਹ ਦੋਨੋਂ ਕਿਲੇ ਗੁਰਾਂ ਦੇ ਕੋਲ ਨੇ ਤੇ ਜ਼ਿਆਦਾ ਸਿੰਘ ਜਿਹੜੇ ਨੇ ਉਹ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਾਰਾ ਪਰਿਵਾਰ, 5 ਪਿਆਰੇ, ਮਾਤਾ ਗੁਜਰੀ ਜੀ, ਸਾਹਿਬਜ਼ਾਦੇ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਵਰਗੇ ਯੋਧੇ, ਮਹਾਨ ਯੋਧੇ, ਬਾਬਾ ਦੀਪ ਸਿੰਘ ਵਰਗੇ ਉਹ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਨੇ। 5 ਪਿਆਰੇ, ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਪਰ ਸਮਾਂ ਦੇਖੋ ਕਿਹੋ ਜਿਹਾ ਆ ਗਿਆ। ਤੰਗੀ ਆ ਗਈ, ਸਮਾਂ ਗੁਜ਼ਰ ਗਿਆ, ਖੁਸ਼ੀਆਂ ਤੋਂ ਦਿਨ ਫਿਰਿਆ ਨੂੰ। ਤੰਗੀ ਆ ਗਈ, ਸਮਾਂ ਗੁਜ਼ਰ ਗਿਆ, ਖੁਸ਼ੀਆਂ ਤੋਂ ਦਿਨ ਫਿਰਿਆ ਨੂੰ। ਗੁਜ਼ਰਿਆ ਖੁਸ਼ੀਆਂ ਤੋਂ ਦਿਨ ਫਿਰਿਆ ਨੂੰ। ਤੰਗੀ ਆ ਗਈ, ਸਮਾਂ ਗੁਜ਼ਰਿਆ ਖੁਸ਼ੀਆਂ ਤੋਂ ਦਿਨ ਫਿਰਿਆ ਨੂੰ। ਤੰਗੀ ਆ ਗਈ, ਸਮਾਂ ਗੁਜ਼ਰਿਆ ਖੁਸ਼ੀਆਂ ਤੋਂ ਦਿਨ ਫਿਰਿਆ ਨੂੰ। ਤੰਗੀ ਆ ਗਈ, ਸਮਾਂ ਗੁਜ਼ਰਿਆ ਖੁਸ਼ੀਆਂ ਤੋਂ ਦਿਨ ਫਿਰਿਆ ਨੂੰ। ਕਿਹੋ ਜਿਹਾ ਸਮਾਂ ਆ ਗਿਆ ਤੇ ਗੁਰਮੁਖ ਪਿਆਰਿਓ ਆਟਾ ਵੀ ਥੋੜਾ ਰਹਿ ਗਿਆ। ਪਾਣੀ, ਰਸਲ ਪਾਣੀ ਕਿਲੇ ਦੇ ਵਿੱਚ ਬਾਹਰੋਂ ਆਉਣਾ ਬੰਦ ਹੋ ਗਿਆ। ਹੁਣ ਆਟਾ ਥੋੜਾ, ਸਿੰਘ ਕੀ ਕਰਦੇ ਨੇ, ਦਰਖਤਾਂ ਦੇ ਸੱਕ ਲਾਉਂਦੇ ਆ। ਸੱਕ ਲਾ ਕੇ ਉਹਨਾਂ ਨੂੰ ਪੀਸ ਲੈਂਦੇ ਆ। ਸੱਕਾਂ ਨੂੰ ਦਰਖਤਾਂ ਦੇ ਸੱਕ ਪੀਸ ਕੇ ਆਟੇ ਦੇ ਵਿੱਚ ਮਿਲਾ ਕੇ ਵੀ ਆਟਾ ਜ਼ਿਆਦਾ ਸਮਾਂ ਲੰਘ ਜਾਵੇ ਆਟੇ ਦੇ ਨਾਲ। ਤੇ ਗੁਰਮੁਖ ਪਿਆਰੇ ਉਸੇ ਪ੍ਰਸਾਦੇ ਬਣਾ ਕੇ ਸਕਦੇ ਨੇ ਕਿਲੇ ਦੇ ਵਿੱਚ। ਉਹੀ ਸਮਾਂ ਸੀ ਜੋ ਖੁਸ਼ੀਆਂ ਦੇ ਮੰਗਲ ਅਨੰਦਪੁਰ ਸਾਹਿਬ ਦੇ ਵਿੱਚ ਲੱਗਦੇ ਸੀ।
ਗੁਰਮੁਖ ਪਿਆਰੋ, ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕਿਸੇ ਤੇ ਕਿਹੋ ਜਿਹਾ ਆ ਜਾਣਾ। ਪ੍ਰਮਾਤਮਾ ਤੋਂ ਡਰ ਕੇ ਰਹੀਏ। ਸਮਾਂ ਪੀਰ ਪੈਗੰਬਰਾਂ ਰਾਜੇ ਮਹਾਰਾਜਾ ਤੇ ਆਏ ਨੇ, ਬਸ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਰਹੇ, ਸੱਚੇ ਪਾਤਸ਼ਾਹ ਮਿਹਰ ਰੱਖੀ। ਸਮਾਂ ਦੇਖੋ ਕਿ ਉਹੀ ਸਮਾਂ ਸੀ ਜਦੋਂ ਰਾਜੇ ਮਹਾਰਾਜੇ ਦਰ ਤੇ ਆ ਕੇ ਝੁਕਦੇ ਸੀ, ਖੁਸ਼ੀਆਂ ਦੇ ਮੰਗਲ ਲੱਗਦੇ ਸੀ। ਅੱਜ ਬੜੀ ਤੰਗੀ ਦਾ ਸਮਾਂ ਆ ਗਿਆ। ਤੰਗੀ ਆ ਗਈ, ਸਮਾਂ ਗੁਜ਼ਰ ਗਿਆ, ਖੁਸ਼ੀਆਂ ਤੋਂ ਦਿਲ ਫਿਰਿਆ ਨੂੰ। ਤੰਗੀ ਆ ਗਈ, ਸਮਾਂ ਗੁਜ਼ਰ ਗਿਆ, ਖੁਸ਼ੀਆਂ ਤੋਂ ਦਿਲ ਫਿਰਿਆ ਨੂੰ। ਤੰਗੀ ਆ ਗਈ, ਸਮਾਂ ਗੁਜ਼ਰਿਆ, ਖੁਸ਼ੀਆਂ ਤੋਂ ਦਿਲ ਫਿਰਿਆ ਨੂੰ। ਵਾਹਿਗੁਰੂ। ਤੰਗੀ ਆ ਗਈ, ਸਮਾਂ ਗੁਜ਼ਰਿਆ, ਖੁਸ਼ੀਆਂ ਤੋਂ ਦਿਲ ਫਿਰਿਆ ਨੂੰ। ਤੰਗੀ ਆ ਗਈ, ਸਮਾਂ ਗੁਜ਼ਰਿਆ, ਖੁਸ਼ੀਆਂ ਤੋਂ ਦਿਲ ਫਿਰਿਆ ਨੂੰ। ਆ ਗਈ, ਸਮਾਂ ਗੁਜ਼ਰਿਆ, ਖੁਸ਼ੀਆਂ ਤੋਂ ਦਿਲ ਫਿਰਿਆ ਨੂੰ। ਪੂਰੇ ਹੋ ਗਏ 7 ਮਹੀਨੇ, ਪੂਰੇ ਹੋ ਗਏ 7 ਮਹੀਨੇ, ਸਾਰੇ ਕਿਲਿਆਂ ਘਿਰਿਆਂ ਨੂੰ। ਪੂਰੇ ਹੋ ਗਏ 7 ਮਹੀਨੇ, ਸਾਰੇ ਕਿਲਿਆਂ ਘਿਰਿਆਂ ਨੂੰ। ਪੂਰੇ ਹੋ ਗਏ 7 ਮਹੀਨੇ, ਸਾਰੇ ਕਿਲਿਆਂ ਘਿਰਿਆਂ ਨੂੰ। ਪੂਰੇ ਹੋ ਗਏ 7 ਮਹੀਨੇ, ਸਾਰੇ ਕਿਲਿਆਂ ਨੂੰ। ਪੂਰੇ ਹੋ ਗਏ 7 ਮਹੀਨੇ, ਸਾਰੇ ਕਿਲਿਆਂ ਘਿਰਿਆਂ ਨੂੰ। ਪੂਰੇ ਹੋ ਗਏ 7 ਮਹੀਨੇ, ਸਾਰੇ ਕਿਲਿਆਂ ਘਿਰਿਆਂ ਨੂੰ। 7 ਮਹੀਨੇ ਦਾ ਸਮਾਂ ਹੋ ਗਿਆ, ਕਿਲੇ ਨੂੰ ਘੇਰਾ ਪਿਆ। ਕਿਲਾ ਖਾਲੀ ਨਹੀਂ ਕਰਵਾ ਸਕੇ ਮਹਾਰਾਜ ਜੀ। ਡਰਦੇ ਵੀ ਸਨ ਕਲਗੀਆਂ ਵਾਲੇ ਪਾਤਸ਼ਾਹ। ਗੁਰਮੁਖ ਪਿਆਰਿਓ, ਸ਼ੇਰ ਦੇ ਘੁਰਨੇ ਵਿੱਚ ਹੱਥ ਪਾਉਣਾ ਕਿਤੇ ਕੋਈ ਮਾੜੀ ਮੋਟੀ ਗੱਲ ਥੋੜੀ ਹੈ। ਉਧਰ ਜਾਨਾ ਵਾਰਨ ਵਾਲੇ ਨੇ ਕਲਗੀਧਰ ਮਹਾਰਾਜ ਜੀ ਦੇ ਉੱਪਰ ਵੀ, ਤੇ ਇਧਰ ਮੁੱਲ ਦੀਆਂ ਫੌਜਾਂ ਨੇ। ਫਰਕ ਤਾਂ ਹੁੰਦਾ ਹੀ ਹੈ ਨਾ, ਕਿੱਥੇ ਪਿਆਰ ਤੇ ਕਿੱਥੇ ਮੁੱਲ ਦੀ ਚੀਜ਼, ਫਰਕ ਬੜਾ ਹੁੰਦਾ। ਨਾਕੇ ਲੱਗ ਕੇ ਆਉਣ ਜਾਣ ਦਾ ਰਸਤਾ ਵੀ ਇਹ ਰੁਕ ਗਿਆ। ਨਾਕੇ ਲੱਗ ਕੇ ਆਉਣ ਜਾਣ ਦਾ ਰਸਤਾ ਵੀ ਇਹ ਰੁਕ ਗਿਆ। ਰਸਤਾ ਵੀ ਰੁਕ ਗਿਆ। ਰਾਕੇ ਲੱਗ ਕੇ ਜਾਣ ਦਾ ਰਸਤਾ ਵੀ ਰੁਕ ਗਿਆ। ਨਾਕੇ ਲੱਗ ਕੇ ਆਉਣ ਜਾਣ ਦਾ ਰਸਤਾ ਵੀ ਰੁਕ ਗਿਆ। ਨਾਕੇ ਲੱਗ ਕੇ ਆਉਣ ਜਾਣ ਦਾ ਰਸਤਾ ਵੀ ਰੁਕ ਗਿਆ। ਕਿਲਿਆਂ ਵਿੱਚੋਂ ਨੀਰਾ ਚਾਰਾ ਅੰਨਦਾਣਾ ਵੀ ਮੁੱਕ ਗਿਆ। ਕਿਲਿਆਂ ਵਿੱਚੋਂ ਨੀਰਾ ਚਾਰਾ ਅੰਨਦਾਣਾ ਵੀ ਮੁੱਕ ਗਿਆ। ਕਿਲਿਆਂ ਵਿੱਚੋਂ ਨੀਰਾ ਚਾਰਾ ਅੰਨਦਾਣਾ ਵੀ ਮੁੱਕ ਗਿਆ। ਕਿਲਿਆਂ ਵਿੱਚ ਚਾਰਾ ਅੰਨਦਾਣਾ ਵੀ ਗਿਆ। ਕਿਲਿਆਂ ਵਿੱਚ ਨੀਰਾ ਚਾਰਾ ਅੰਨਦਾਣਾ ਵੀ ਮੁੱਕ ਗਿਆ। ਕਿਲਿਆਂ ਵਿੱਚ ਨੀਰਾ ਚਾਰਾ ਅੰਨਦਾਣਾ ਵੀ ਮੁੱਕ ਗਿਆ। ਗੁਰਮੁਖ ਪਿਆਰਿਓ, ਕਿਲੇ ਦੇ ਵਿੱਚ ਗਊਆਂ, ਬੈਲ, ਘੋੜੇ, ਹਾਥੀ ਮਹਾਰਾਜ ਦੇ ਕੋਲ ਸਨ। ਉਹਨਾਂ ਨੂੰ ਪਾਉਣ ਵਾਸਤੇ ਨੀਰਾ ਚਾਰਾ ਜਿਹੜਾ ਸੀ ਉਹ ਵੀ ਮੁੱਕ ਗਿਆ। ਘੋੜੇ ਜਿਹੜੇ ਸੀ ਉਹ ਵੀ ਮਰਨੇ ਸ਼ੁਰੂ ਹੋ ਗਏ ਨੇ, ਬੈਲ ਮਰਨੇ ਸ਼ੁਰੂ ਹੋ ਗਏ ਨੇ, ਗਊਆਂ ਮਰਨੀਆਂ ਸ਼ੁਰੂ ਹੋ ਗਈਆਂ ਨੇ ਅੰਦਰ ਕਿਲੇ। ਬੜਾ ਭਿਆਨਕ ਸਮਾਂ ਆ ਗਿਆ। ਵੇਖੋ ਕਿਹੋ ਜਿਹਾ ਸਮਾਂ ਹੋਵੇਗਾ। ਇੱਕ ਡੰਗਰ ਮਰ ਜਾਵੇ ਘਰ ਦੇ ਵਿੱਚ ਰੱਖਣਾ ਔਖਾ ਹੋ ਜਾਂਦਾ ਹੈ। ਰਸਤਾ ਕਿਸੇ ਪਾਸੇ ਨਹੀਂ। ਕਿਹੋ ਜਿਹਾ ਸਮਾਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਉੱਪਰ ਆਇਆ। ਦਾਣਾ ਪਾਣੀ ਉਹ ਵੀ ਮੁੱਕਣਾ ਸ਼ੁਰੂ ਹੋ ਗਿਆ। ਬੜੇ ਸਿੰਘ ਨੇ ਜਿਹੜੇ ਜਾਨਾਂ ਤੋਂ ਪਿਆਰੇ,
ਭੁੱਖ ਨੂੰ ਨਾ ਸਹਾਰਦੇ ਹੋਏ ਗੁਰਮੁਖ ਪਿਆਰਿਓ ਵੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਅਲਵਿਦਾ ਕਹਿ ਰਹੇ ਨੇ। ਸਮਾਂ ਇਹੋ ਜਿਹਾ ਬਣ ਗਿਆ। ਕਵੀ ਅਤੇ ਵਿਦਵਾਨ ਬਦਲ ਲਗੇ ਭੇਸ ਕਿਨਾਰਾ ਕਰਦੇ ਨੇ। ਕਵੀ ਅਤੇ ਵਿਦਵਾਨ ਬਦਲ ਲਗੇ ਭੇਸ ਕਿਨਾਰਾ ਕਰ ਗਏ ਨੇ। ਕਵੀ ਅਤੇ ਵਿਦਵਾਨ ਬਦਲ ਗਏ ਭੇਸ ਕਿਨਾਰਾ ਕਰ ਗਏ ਨੇ। ਕਵੀ ਅਤੇ ਵਿਦਵਾਨ ਬਦਲ ਗਏ ਭੇਸ ਕਿਨਾਰਾ ਕਰ ਗਏ ਨੇ। ਕਵੀ ਅਤੇ ਵਿਦਵਾਨ ਬਦਲ ਗਏ ਕਿਨਾਰਾ ਕਰ ਗਏ ਨੇ। ਕਵੀ ਅਤੇ ਵਿਦਵਾਨ ਬਦਲ ਗਏ ਭੇਸ ਕਿਨਾਰਾ ਕਰ ਗਏ ਨੇ। ਘੋੜੇ ਗਊਆਂ ਬੈਲ ਵਿਚਾਰੇ ਭੁੱਖ ਦੁੱਖੇ ਨਾਲ ਮਰ ਗਏ ਨੇ। ਘੋੜੇ ਗਊਆਂ ਬੈਲ ਵਿਚਾਰੇ ਭੁੱਖ ਦੁੱਖੇ ਨਾਲ ਮਰ ਗਏ ਨੇ। ਘੋੜੇ ਗਊਆਂ ਬੈਲ ਵਿਚਾਰੇ ਭੁੱਖ ਦੁੱਖੇ ਨਾਲ ਮਰ ਜੋ ਹਾਥੀ ਪ੍ਰਸਾਦੀ ਪਿਆਰਾ ਜੋ ਹਾਥੀ ਪ੍ਰਸਾਦੀ ਪਿਆਰਾ ਅੰਤ ਵਿਛੋੜਾ ਪਾ ਗਿਆ ਏ। ਜੋ ਹਾਥੀ ਪ੍ਰਸਾਦੀ ਪਿਆਰਾ ਅੰਤ ਵਿਛੋੜਾ ਪਾ ਗਿਆ ਏ। ਜੋ ਹਾਥੀ ਪ੍ਰਸਾਦੀ ਪਿਆਰਾ ਵਿਛੋੜਾ ਪਾ ਗਿਆ ਏ। ਜੋ ਹਾਥੀ ਪ੍ਰਸਾਦੀ ਪਿਆਰਾ ਵਿਛੋੜਾ ਪਾ ਗਿਆ ਏ। ਇਹ ਪ੍ਰਸਾਦੀ ਹਾਥੀ ਰਾਜਾ ਰਤਨ ਰਾਏ ਅਸਾਮ ਦੇ ਵਿੱਚੋਂ ਲੈ ਕੇ ਆਇਆ ਸੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਪਾਸ। ਉਹਦੇ ਚ ਬੜੇ ਗੁਣ ਸਨ ਹਾਥੀ ਵਿੱਚ, ਆਮ ਹਾਥੀਆਂ ਵਰਗਾ ਨਹੀਂ ਸੀ। ਉਹਦੀ ਸੁੰਡ ਜਿਹੜੀ ਸੀ ਹਾਥੀ ਦੀ ਸੁੰਡ ਤੋਂ ਨੋਕ ਤੋਂ ਲੈ ਕੇ ਹਾਥੀ ਦੀ ਪੂਛ ਤੱਕ ਚਿੱਟੀ ਲਕੀਰ ਸੀ ਸਾਰੇ ਸਰੀਰ ਦੇ ਉੱਪਰ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਸਣ ਤੇ ਜਦੋਂ ਬੈਠਦੇ ਆਪਣੀ ਸੁੰਡ ਦੇ ਵਿੱਚ ਪਾਣੀ ਭਰ ਕੇ ਲੈ ਕੇ ਆਉਣਾ ਹਾਥੀ ਨੇ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨ ਧੋਂਦਾ ਸੀ ਉਹ ਹਾਥੀ ਜਿਹੜਾ ਸੀ। ਕਲਗੀਆਂ ਵਾਲੇ ਪਾਤਸ਼ਾਹ ਨੇ ਤੀਰ ਚਲਾਉਣੇ ਅਭਿਆਸ ਜਦੋਂ ਕਰਦੇ ਸਨ, ਤੀਰਾਂ ਦਾ ਕਰਾਉਂਦੇ ਸਨ ਸਿੰਘਾਂ ਦਾ। ਤੀਰ ਚਲਾਉਣੇ ਤੇ ਹਾਥੀ ਜਿਹੜਾ ਪ੍ਰਸਾਦੀ ਹਾਥੀ ਸੀ ਤੀਰ ਚੁੱਕ ਕੇ ਲੈ ਕੇ ਆਉਂਦਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਕੋਲ ਲੈ ਕੇ ਆਉਂਦਾ। ਤੇ ਉਹੀ ਪ੍ਰਸਾਦੀ ਹਾਥੀ ਜਦੋਂ ਮਹਾਰਾਜ ਸਿੰਘਾਸਨ ਤੇ ਬੈਠ ਜਾਂਦੇ ਆਪਣੀ ਸੁੰਡ ਦੇ ਵਿੱਚ ਚੌਰ ਫੜ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਉੱਪਰ ਚੌਰ ਕਰਦਾ। ਕਿਹੋ ਜਿਹਾ ਸਮਾਂ ਹੋਵੇਗਾ, ਕਿੰਨਾ ਪਿਆਰ ਮਹਾਰਾਜ ਕਰਦੇ ਸਨ ਹਾਥੀ ਨੂੰ, ਪ੍ਰਸਾਦੀ ਹਾਥੀ। ਤੇ ਗੁਰਮੁਖ ਪਿਆਰਿਓ ਅੱਜ ਉਹ ਵੀ ਭੁੱਖ ਨੂੰ ਨਾ ਸਹਾਰਦਾ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਤੜਫ ਕੇ ਉਹਦੀ ਵੀ ਮੌਤ ਹੋ ਰਹੀ ਹੈ ਹਾਥੀ ਦੀ। ਜੋ ਹਾਥੀ ਪ੍ਰਸਾਦੀ ਪਿਆਰਾ ਅੰਤਰ ਛੋੜਾ ਪਾ ਗਿਆ ਏ। ਜੋ ਹਾਥੀ ਪ੍ਰਸਾਦੀ ਪਿਆਰਾ ਅੰਤਰ ਛੋੜਾ ਪਾ ਗਿਆ ਏ। ਜੋ ਹਾਥੀ ਪ੍ਰਸਾਦੀ ਪਿਆਰਾ ਅੰਤਰ ਛੋੜਾ ਪਾ ਗਿਆ ਏ। ਜੋ ਹਾਥੀ ਪ੍ਰਸਾਦੀ ਪਿਆਰਾ ਅੰਤਰ ਛੋੜਾ ਪਾਏ। ਜੋ ਹਾਥੀ ਪ੍ਰਸਾਦੀ ਪਿਆਰਾ ਅੰਤਰ ਛੋੜਾ ਜੋ ਹਾਥੀ ਪ੍ਰਸਾਦੀ ਪਿਆਰਾ ਅੰਤਰ ਛੋੜਾ ਪਾ ਗਿਆ ਏ। ਖਾਣ ਪੀਣ ਨੂੰ ਰਿਹਾ ਨ ਕੁਝ ਵੀ ਵਕਤ ਭੁੱਲਣਾ ਆ ਗਿਆ ਏ। ਖਾਣ ਪੀਣ ਨੂੰ ਰਿਹਾ ਨ ਕੁਝ ਵੀ ਵਕਤ ਭੁੱਲਣਾ ਆ ਗਿਆ ਏ। ਖਾਣ ਪੀਣ ਨੂੰ ਰਿਹਾ ਨ ਕੁਝ ਵੀ ਵਕਤ ਭੁੱਲਣਾ ਆ ਗਿਆ ਏ। ਖਾਣ ਪੀਣ ਨੂੰ ਰਿਹਾ ਨ ਕੁਝ ਵੀ ਵਕਤ ਭੁੱਲਣਾ ਆ ਗਿਆ ਏ। ਖਾਣ ਪੀਣ ਨੂੰ
ਲੈਣਾ ਖਾਣ ਪੀਣ ਨੂੰ ਨਾ ਕੁਝ ਵੀ ਵਕਤ ਲੈਣਾ ਕਲਗੀਧਰ ਦੇ ਦੁਸ਼ਮਣ ਬਣ ਗਏ ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ ਕਲਗੀਧਰ ਦੇ ਦੁਸ਼ਮਣ ਬਣ ਗਏ ਇਹ ਬਾਈ ਤਾਰਾਂ ਦੇ ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਦੇ ਕਲਗੀਧਰ ਦੇ ਦੁਸ਼ਮਣ ਬਣ ਗਏ ਰਾਜੇ ਬਾਈ ਤਾਰਾਂ ਤੇ ਗੁਰਮੁਖ ਪਿਆਰੋ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੁਸ਼ਮਣ ਬਣੇ ਖੜੇ ਨੇ 7 ਮਹੀਨੇ ਦਾ ਸਮਾਂ ਹੋ ਗਿਆ ਕਿਲਾ ਖਾਲੀ ਨਹੀਂ ਕਰਵਾ ਸਕੇ ਫਿਰ ਇਹਨਾਂ ਨੇ ਇੱਕ ਚਾਲ ਚਲਾਈ ਵੀ ਆਪਾਂ ਇਹਨਾਂ ਨਾਲ ਵਿਚਾਰ ਕਰੀਏ ਕਹਿਣ ਲੱਗੇ ਅਸੀਂ ਸਹੁੰ ਖਾਂਦੇ ਹਾਂ ਪੰਮਾ ਪੁਰੋਹਿਤ ਉਹਨੂੰ ਭੇਜਿਆ ਗਿਆ ਆਟੇ ਦੀ ਗਊ ਬਣਾ ਕੇ ਤੇ ਇਧਰੋਂ ਸੂਬੇ ਦੀਆਂ ਫੌਜਾਂ ਨੇ ਕੁਰਾਨ ਸ਼ਰੀਫ ਲੈ ਕੇ ਗਏ ਵੀ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ ਕਿਲਾ ਖਾਲੀ ਕਰ ਦਿਓ ਤੇ ਗੁਰਮੁਖ ਪਿਆਰਿਓ ਪਹਿਲਾਂ ਜਿੰਨੇ ਵੀ ਸਿੰਘ ਸਨ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਹਿ ਰਹੇ ਸਨ ਵੀ ਸਤਿਗੁਰੂ ਜੀ ਹੁਣ ਆਪਾਂ ਕਿਲਾ ਖਾਲੀ ਕਰ ਦਈਏ ਭੁੱਖ ਨਾ ਸਹਾਰਦੇ ਹੋਏ ਵੀ ਅੰਦਰ ਸਰੀਰ ਛੱਡ ਰਹੇ ਆ ਕਿਉਂ ਨਾ ਇਹਨਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਜੂਝ ਕੇ ਅਸੀਂ ਸ਼ਹੀਦੀਆਂ ਪਾਵਾਂਗੇ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦੇ ਨਾਲ ਦੋ ਹੱਥ ਕਰਾਂਗੇ ਸ਼ਹੀਦੀਆਂ ਪਾਵਾਂਗੇ ਸੱਚੇ ਪਾਤਸ਼ਾਹ ਕਿਲਾ ਛੱਡ ਦਈਏ ਮਾਤਾ ਜੀ ਕੋਲ ਵੀ ਗਏ ਮਾਤਾ ਗੁਜਰ ਕੌਰ ਜੀ ਕੋਲ ਪਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ ਸਨ ਵੀ ਅਜੇ ਕੁਝ ਸਮਾਂ ਹੋਰ ਰੁਕੋ ਜਿੱਤ ਜ਼ਰੂਰ ਹੋਵੇਗੀ ਖਾਲਸੇ ਦੀ ਆਪਾਂ ਕਿਲਾ ਨਾ ਛੱਡੀਏ ਤੇ ਗੁਰਮੁਖ ਪਿਆਰਿਓ 7 ਮਹੀਨੇ ਦਾ ਸਮਾਂ ਲੰਘ ਗਿਆ ਫਿਰ ਇਹਨਾਂ ਨੇ ਆਟੇ ਦੀ ਗਊ ਬਣਾ ਕੇ ਕਸਮ ਤੇ ਕੁਰਾਨ ਸ਼ਰੀਫ ਦੀ ਕਸਮ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਜਾ ਕੇ ਖਾਧੀ ਉਸ ਸਮੇਂ ਗੁਰਮੁਖ ਪਿਆਰਿਓ ਲਿਖਦੇ ਨੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਆਪਣੀ ਪੁਸਤਕ ਦੇ ਵਿੱਚ ਲਿਖਿਆ ਕਹਿੰਦੇ ਵੀ ਜੇ ਕੁਰਾਨ ਸ਼ਰੀਫ ਤੇ ਇਤਬਾਰ ਭਰੋਸਾ ਯਕੀਨ ਕੀਤਾ ਤਾਂ ਉਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਏਡਾ ਭਰੋਸਾ ਤੇ ਏਡਾ ਯਕੀਨ ਕੋਈ ਕੁਰਾਨ ਸ਼ਰੀਫ ਦੇ ਉੱਪਰ ਹੋਰ ਨਹੀਂ ਕਰ ਸਕਦਾ ਦੇਖੋ ਇੱਕ ਧਾਰਮਿਕ ਗ੍ਰੰਥ ਦੇ ਉੱਪਰ ਭਰੋਸਾ ਕਰਕੇ ਤੇ ਗੁਰਮੁਖ ਪਿਆਰਾ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਨੂੰ ਤਿਆਰ ਹੋ ਗਏ ਤੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀਆਂ ਕਸਮਾਂ ਤੇ ਇਤਬਾਰ ਕੀਤਾ ਭਰੋਸਾ ਕੀਤਾ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਦਾ ਮਨ ਬਣਾ ਲਿਆ ਤੇ ਗੁਰਮੁਖ ਪਿਆਰਿਓ ਉਸ ਸਮੇਂ ਜਦੋਂ ਕਿਲਾ ਛੱਡਣ ਦੀ ਤਿਆਰੀ ਕੀਤੀ ਅਨੰਦਪੁਰ ਸਾਹਿਬ ਦਾ ਸਾਰਾ ਸਾਜੋ ਸਮਾਨ ਜੋ ਕੁਝ ਸੀ ਉਹ ਤਿਆਰ ਕੀਤਾ ਘੋੜਿਆਂ ਦੇ ਉੱਪਰ ਲੱਦਿਆ ਗਿਆ ਸਾਰੀ ਰੂਪ ਰੇਖਾ ਅਨੰਦਪੁਰ ਸਾਹਿਬ ਦੇ ਵਿੱਚੋਂ ਕਿਵੇਂ ਨਿਕਲਣਾ ਸਾਰੀ ਰੂਪ ਰੇਖਾ ਬਣਾਈ ਗਈ ਮਤਾਵਾਂ ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਹੋਣਗੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਪ ਸਭ ਤੋਂ ਅੱਗੇ ਤੇ ਉਹਨਾਂ ਦੇ ਨਾਲ ਭਾਈ ਦਰਿਆ ਸਿੰਘ ਧਰਮ ਸਿੰਘ ਪੰਜੇ ਪਿਆਰੇ ਹੋਣਗੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਘੋੜੇ ਦੇ ਉੱਪਰ ਹੋਣਗੇ ਇਸ ਤਰ੍ਹਾਂ ਸਾਰੇ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ
ਤੇ ਗੁਰਮੁਖ ਪਿਆਰਿਓ, ਅੱਜ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗੇ ਨੇ। ਗੁਰਮੁਖ ਪਿਆਰਿਓ, ਇੱਕ ਆਪਣਾ ਘਰ ਹੋਵੇ ਹੱਥੀਂ ਤਿਆਰ ਕੀਤਾ ਤੇ ਉਹਨੂੰ ਛੱਡ ਕੇ ਜਾਣਾ ਤੇ ਕਿਤੇ ਵਾਪਸ ਨਹੀਂ ਆਉਣਾ, ਬੜਾ ਦੁੱਖ ਲੱਗਦਾ ਹੈ। ਅੱਜ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਕਿੱਡੇ ਵੱਡੇ ਕਿਲੇ ਬਣਵਾਏ ਸਨ ਤੇ ਉਹਨਾਂ ਕਿਲਿਆਂ ਨੂੰ ਤਖਤਾਂ ਤਾਜਾਂ ਦੇ ਮਾਲਕ ਗੁਰਮੁਖ ਪਿਆਰਿਓ ਅੱਜ ਛੱਡ ਕੇ ਨਿਕਲ ਰਹੇ ਨੇ। ਤੇ ਉਸ ਸਮੇਂ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਸਥਾਨ ਸਨ, ਉਹਨਾਂ ਸਥਾਨਾਂ ਤੇ ਗਏ ਜਿੱਥੇ ਪਿਤਾ ਜੀ ਦੇ ਸੀਸ ਤੋਂ ਸੰਸਕਾਰ ਕੀਤਾ ਸੀ। ਇਤਿਹਾਸ ਇਹ ਵੀ ਦੱਸਦਾ ਉੱਥੇ ਗੁਰਬਖਸ਼ ਉਦਾਸੀ ਮਹੰਤ ਉਹਦੀ ਡਿਊਟੀ ਲਾਈ ਗਈ ਵੀ ਜਿੱਥੇ ਪਿਤਾ ਜੀ ਦਾ ਸੀਸ ਦਾ ਸੰਸਕਾਰ ਕੀਤਾ ਸੀ ਉੱਥੇ ਦੀਵਾ ਬਲਦਾ ਰੱਖਣਾ। ਦੀਵਾ ਬਲਣ ਦਾ ਮਤਲਬ ਅਣਖ ਕਾਇਮ ਰੱਖਣੀ, ਕਿ ਸਾਡੇ ਅਣਖ ਜਿਉਂਦੀ ਹੈ। ਅਣਖ ਨੂੰ ਕਾਇਮ ਰੱਖਣ ਵਾਸਤੇ ਉੱਥੇ ਗੁਰਬਖਸ਼ ਉਦਾਸੀ ਮਹੰਤ ਦੀ ਡਿਊਟੀ ਲਈ। ਸਾਰੀ ਤਿਆਰੀ ਕੀਤੀ ਗਈ ਤੇ ਗੁਰਮੁਖ ਪਿਆਰਿਓ, ਫਿਰ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਅੱਜ ਆਨੰਦਪੁਰ ਦੇ ਕਿਲੇ ਨੂੰ ਛੱਡ ਕੇ ਤੇ ਗੁਰਮੁਖ ਪਿਆਰਿਓ ਖੁੱਲੇ ਮੈਦਾਨਾਂ ਦੇ ਵੱਲ ਨੂੰ ਜਾ ਰਹੇ ਨੇ। ਪਰ ਅੱਗੇ ਜਿੱਥੇ ਜਾਣਾ ਕੋਈ ਟਿਕਾਣਾ ਨਹੀਂ ਹੈ। ਤੇ ਗੁਰਮੁਖ ਪਿਆਰਿਓ, ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਪੜੋ ਪਿਆਰਿਓ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਮਾਲਕ ਤਖਤਾਂ ਤਾਜਾਂ ਦਾ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਮਾਲਕ ਤਖਤਾਂ ਤਾਜਾਂ ਦਾ। ਆਨੰਦਪੁਰੀ ਨੂੰ ਤੁਰਿਆ, ਮਾਲਕ ਤਖਤਾਂ ਤਾਜਾਂ ਦਾ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਤਖਤਾਂ ਤਾਜਾਂ ਦਾ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਆਨੰਦਪੁਰੀ ਨੂੰ ਤੁਰਿਆ, ਆਨੰਦਪੁਰੀ ਨੂੰ ਤੁਰਿਆ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਆਨੰਦਪੁਰੀ ਨੂੰ ਤੁਰਿਆ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਆਨੰਦਪੁਰੀ ਨੂੰ ਤੁਰਿਆ। ਛੱਡ ਕੇ ਆਨੰਦਪੁਰੀ ਨੂੰ, ਆਨੰਦਪੁਰੀ ਨੂੰ ਤੁਰਿਆ। ਛੱਡ ਕੇ ਆਨੰਦਪੁਰੀ ਨੂੰ ਤੁਰਿਆ। ਛੱਡ ਕੇ ਆਨੰਦਪੁਰੀ ਨੂੰ ਤੁਰਿਆ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਮਾਲਕ ਤਖਤਾਂ ਤਾਜਾਂ ਦਾ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਮਾਲਕ ਤਖਤਾਂ ਤਾਜਾਂ ਦਾ। ਆਨੰਦਪੁਰੀ ਨੂੰ ਤੁਰਿਆ, ਮਾਲਕ ਤਖਤਾਂ ਤਾਜਾਂ ਦਾ। ਛੱਡ ਕੇ ਆਨੰਦਪੁਰੀ ਨੂੰ ਤੁਰਿਆ, ਤਖਤਾਂ ਤਾਜਾਂ ਦਾ। ਤਖਤਾਂ ਤਾਜਾਂ ਦੇ ਮਾਲਕ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰੀ ਨੂੰ ਛੱਡਣ ਲੱਗੇ ਆ। ਤੇ ਗੁਰਮੁਖ ਪਿਆਰਿਓ, ਉਸ ਸਮੇਂ ਕਹਿੰਦੇ ਆਨੰਦਪੁਰੀ ਜਿਹੜੀ ਵਸਦੀ ਸੀ, ਜਿੱਥੇ ਖੁਸ਼ੀਆਂ ਦੇ ਮੰਗਲ ਲੱਗੇ ਸਨ, ਨੰਦਾਂ ਦੀ ਪੁਰੀ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਗੁਰਮੁਖ ਪਿਆਰਿਓ ਆਪ ਵਸਾਈ ਨੰਦਾਂ ਦੀ ਪੁਰੀ। ਅੱਜ ਉਹਨੂੰ ਛੱਡ ਕੇ ਚੱਲੇ ਨੇ। ਲਿਖਦੇ ਨੇ ਕਵੀ ਕਿ ਉਸ ਸਮੇਂ ਆਨੰਦਾਂ ਦੀ ਪੁਰੀ ਨੇ ਵੀ ਆਵਾਜ਼ ਦਿੱਤੀ ਆ, ਮਹਾਰਾਜ ਛੱਡ ਕੇ ਚੱਲੇ ਹੋ, ਕਦੋਂ ਵਾਪਸ ਆਓਗੇ ਫੇਰ ਇੱਥੇ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਕਿਹਾ ਹੈ, ਰਹੀ ਵਸਦੀ ਆਨੰਦਪੁਰੀਏ, ਰਹੀ ਵਸਦੀ ਆਨੰਦਪੁਰੀਏ, ਮੁੜ ਕੇ ਕਦੇ ਨਹੀਂ ਅਸੀਂ ਆਉਣਾ। ਰਹੀ ਵਸਦੀ ਆਨੰਦਪੁਰੀਏ, ਮੁੜ ਕੇ ਅਸੀਂ
ਕਦੇ ਨਹੀਂ ਆਉਣਾ। ਵਾਸੀ ਨੰਦਪੁਰੀਏ ਮੁੜ ਕੇ ਫੇਰ ਕਦੇ ਨਹੀਂ ਆਉਣਾ। ਇਹੀ ਵਾਸੀ ਨੰਦਪੁਰੀਏ ਮੁੜ ਕੇ ਫੇਰ ਕਦੇ ਨਹੀਂ ਆਉਣਾ। ਵਾਸੀ ਨੰਦਪੁਰੀਏ ਰਣੀ ਵਾਸੀ ਨੰਦਪੁਰੀਏ ਰਹੀ ਵਸਤੀ ਆਨੰਦਪੁਰੀਏ ਮੁੜ ਕੇ ਫੇਰ ਕਦੇ ਨਹੀਂ ਆਉਣਾ। ਵਸਤੀ ਆਨੰਦਪੁਰੀਏ ਮੁੜ ਕੇ ਫੇਰ ਕਦੇ ਨਹੀਂ ਆਉਣਾ। ਵਾਸੀ ਨੰਦਪੁਰੀਏ ਮੁੜ ਕੇ ਫੇਰ ਕਦੇ ਨਹੀਂ ਆਉਣਾ। ਰਹੀ ਵਾਸੀ ਮੁੜ ਕੇ ਫੇਰ ਕਦੇ ਨਹੀਂ ਆਉਣਾ। ਵਾਸੀ ਨੰਦਪੁਰੀਏ ਕੇ ਫੇਰ ਕਦੇ ਨਹੀਂ ਆਉਣਾ। ਵਾਸੀ ਮੁੜ ਕੇ ਫੇਰ ਕਦੇ ਨਹੀਂ ਆਉਣਾ। ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੰਦਾਂ ਦੀ ਪੁਰੀ ਅਸੀਂ ਮੁੜ ਕੇ ਫੇਰ ਦੁਬਾਰਾ ਕਦੇ ਨਹੀਂ ਆਉਣਾ। ਅਨੰਦਪੁਰ ਦਾ ਕਿਲਾ ਗੁਰਮੁਖ ਪਿਆਰਿਓ ਛੱਡ ਦਿੱਤਾ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ 6 ਤੇ 7 ਪੋਹ ਦੀ ਵਿਚਕਾਰਲੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ 6 ਪੋਹ ਦੀ ਰਾਤ 12 ਵਜੇ ਤੇ ਗੁਰਮੁਖ ਪਿਆਰਿਓ ਤੇ 7 ਪੋਹ ਚੜ੍ਹਨ ਲੱਗਿਆ ਹੈ ਤੇ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਪੋਹ ਦਾ ਮਹੀਨਾ ਤੇ ਜਦੋਂ ਕਿਲਾ ਛੱਡਿਆ ਤੇ ਉਹਨਾਂ ਦੁਸ਼ਟਾਂ ਦੀਆਂ ਫੌਜਾਂ ਨੇ ਕਿਰਤ ਘਣਾ ਦੀਆਂ ਫੌਜਾਂ ਨੇ ਗੁਰਮੁਖ ਪਿਆਰਿਓ ਜਿਹੜੀਆਂ ਖਾਧੀਆਂ ਕੁਰਾਨ ਦੀਆਂ ਕਸਮਾਂ ਸੀ, ਗਊ ਦੀਆਂ ਕਸਮਾਂ ਜਿਹੜੀਆਂ ਸੀ ਉਹ ਤੋੜ ਦਿੱਤੀਆਂ ਤੇ ਉਸ ਸਮੇਂ ਹੱਲਾ ਬੋਲ ਦਿੱਤਾ। ਪਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਤਰਤੀਬ ਬਣਾਈ ਹੋਈ ਸੀ ਜੰਗ ਦੀ ਤੇ ਗੁਰਮੁਖ ਪਿਆਰਿਓ ਵੇਖੋ ਕਈ ਦਿਨਾਂ ਦੇ ਭੁੱਖੇ ਥੱਕੇ ਟੁੱਟੇ ਤੇ ਜਿਨ੍ਹਾਂ ਕੋਲ ਗੁਰਮੁਖ ਪਿਆਰਿਓ ਕੋਈ ਜ਼ਿਆਦਾ ਵਧੀਆ ਹਥਿਆਰ ਵੀ ਨਹੀਂ ਸਨ ਤੇ ਗੁਰਮੁਖ ਪਿਆਰਿਓ ਉਸ ਸਮੇਂ ਜਾਂਦਿਆਂ ਹੋਇਆਂ ਦੇ ਉੱਪਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਤੇ ਇਹਨਾਂ ਨੇ ਹੱਲਾ ਬੋਲ ਦਿੱਤਾ ਤੇ ਉਸ ਸਮੇਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕੀਰਤਪੁਰ ਲੰਘ ਗਏ ਸਨ। ਸਰਸਾ ਅਜੇ ਪਾਰ ਨਹੀਂ ਸੀ ਕੀਤਾ ਤੇ ਤਕਰੀਬਨ 4 ਵਜੇ ਦਾ ਸਮਾਂ ਹੋਇਆ ਅੰਮ੍ਰਿਤ ਵੇਲਾ ਜਦੋਂ ਸਰਸਾ ਦੇ ਕਿਨਾਰੇ ਤੇ ਪਹੁੰਚੇ ਤੇ ਉੱਥੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਭਾਈ ਸਮਾਂ ਹੋ ਗਿਆ ਅੰਮ੍ਰਿਤ ਵੇਲੇ ਦਾ, ਹੁਣ ਸਾਨੂੰ ਬਾਣੀ ਸੁਣਾਓ, ਕੀਰਤਨ ਸੁਣਾਓ। ਆਸਾ ਜੀ ਦੀ ਵਾਰ ਦਾ ਰੋਜ਼ ਕੀਰਤਨ ਹੁੰਦਾ ਸੀ ਕਿਲੇ ਦੇ ਵਿੱਚ, ਹੁਣ ਕੀਰਤਨ ਸੁਣਾਓ। ਤੇ ਗੁਰਮੁਖ ਪਿਆਰਿਓ ਕੀਰਤਨ ਹੋ ਰਿਹਾ ਜੋ ਸਮਾਨ ਦੀ ਛੱਤ ਥੱਲੇ ਬੈਠੇ ਨੇ, ਖੁੱਲੇ ਸਮਾਨ ਥੱਲੇ ਬੈਠੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਤੇ ਇਧਰ ਉਹਨਾਂ ਨੇ ਹੱਲਾ ਬੋਲ ਦਿੱਤਾ। ਭਾਈ ਉਦੇ ਸਿੰਘ ਹੋਣੀ, ਭਾਈ ਬਚਿੱਤਰ ਸਿੰਘ ਹੋਣੀ ਤੇ ਗੁਰਮੁਖ ਪਿਆਰਿਓ ਉਹਨਾਂ ਨੇ ਉੱਥੇ ਆਪਣੀਆਂ ਜਾਨਾਂ ਵਾਰੀਆਂ। ਕੁਝ ਸਿੰਘ ਉੱਥੇ ਸ਼ਹੀਦ ਹੋਏ ਤੇ ਗੁਰਮੁਖ ਪਿਆਰਿਓ ਭਾਈ ਬਚਿੱਤਰ ਸਿੰਘ ਕਾਫੀ ਜ਼ਿਆਦਾ ਫੱਟੜ ਹੋ ਗਿਆ ਸੀ ਤੇ ਉਸ ਸਮੇਂ ਜਦੋਂ ਸਰਸਾ ਦੇ ਕਿਨਾਰੇ ਤੇ ਭਿਆਨਕ ਜੰਗ ਹੋਇਆ ਤੇ ਗੁਰਮੁਖ ਪਿਆਰਿਓ ਫਿਰ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੋਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਭੋਗ ਪਾਇਆ ਤੇ ਫਿਰ ਸਰਸਾ ਪਾਰ ਕਰਨ ਲੱਗੇ ਨੇ ਜਦੋਂ ਤੇ ਗੁਰਮੁਖ ਪਿਆਰਿਓ ਉਸ ਸਮੇਂ ਸਰਸਾ ਨਦੀ ਪਾਪਣ ਜਦੋਂ ਚੜ ਕੇ ਆਈ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਜਿਹੜਾ ਸੀ 3 ਹਿੱਸਿਆਂ ਦੇ ਵਿੱਚ ਹੋ ਗਿਆ। ਗੁਰਮੁਖ ਪਿਆਰਿਓ ਆਓ ਪੜੋ ਪਿਆਰ ਨਾਲ ਲਵਾਓ ਬਾਣੀ। ਸਰਸਾ ਨਦੀ ਤੇ ਵਿਛੋੜੇ ਪੈ ਗਏ ਮਾਤਾ ਪਿਤਾ ਪੁੱਤਰਾਂ ਦੇ, ਨਦੀ ਤੇ ਵਿਛੋੜੇ ਪੈ ਗਏ ਮਾਤਾ ਪਿਤਾ ਪੁੱਤਰਾਂ ਦੇ। ਨਦੀ ਤੇ ਵਿਛੋੜੇ ਪੈ ਗਏ ਮਾਤਾ ਪਿਤਾ ਪੁੱਤਰਾਂ ਦੇ। ਨਦੀ ਤੇ ਵਿਛੋੜੇ ਪੈ ਗਏ ਮਾਤਾ ਪਿਤਾ
ਪੁੱਤਰਾਂ ਸਰਸਾ ਨਦੀ ਤੇ ਵਿਛੋੜੇ ਪੈ ਗਏ, ਵਿਛੋੜੇ ਪੈ ਗਏ, ਮਾਤਾ ਪਿਤਾ ਪੁੱਤਰਾਂ ਦੇ। ਨਦੀ ਤੇ ਵਿਛੋੜੇ ਪੈ ਗਏ, ਮਾਤਾ ਪਿਤਾ ਪੁੱਤਰਾਂ ਦੇ। ਮੇਰੇ ਪਿਆਰੇ ਬਈ ਮਾਤਾ ਪਿਤਾ ਪੁੱਤਰਾਂ ਦੇ, ਪਿਆਰੇ ਜੀ ਮਾਤਾ ਪਿਤਾ ਪੁੱਤਰਾਂ ਦੇ। ਸਰਸਾ ਨਦੀ ਤੇ ਵਿਛੋੜੇ ਪੈ ਗਏ, ਸਰਸਾ ਨਦੀ ਤੇ ਵਿਛੋੜੇ ਪੈ ਗਏ, ਨਦੀ ਤੇ ਵਿਛੋੜੇ ਪੈ ਸੋ ਗੁਰਮੁਖ ਪਿਆਰਿਓ, ਸਰਸਾ ਸਤਿਗੁਰਾਂ ਨੇ ਪਾਰ ਕੀਤਾ ਤੇ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗੁਰਮੁਖ ਪਿਆਰਿਓ ਜਦੋਂ ਆਨੰਦਗੜ੍ਹ ਦੇ ਕਿਲੇ ਵਿੱਚੋਂ ਨਿਕਲੇ ਨੇ ਤਕਰੀਬਨ 500-700 ਸਿੰਘ ਸੀ ਨਾਲ। ਤੇ ਜਦੋਂ ਸਰਸਾ ਪਾਰ ਕਰਦੇ ਨੇ, ਜੇ 100 ਸਿੰਘ ਸਰਸਾ ਦੇ ਵਿੱਚ ਵੜਦਾ ਤਾਂ ਗੁਰਮੁਖ ਪਿਆਰਿਓ 5-7 ਹੀ ਅੱਗੇ ਨਿਕਲਦੇ। ਸੋ ਇਸ ਤਰ੍ਹਾਂ ਕਰਕੇ ਬੜਾ ਕੀਮਤੀ ਖਜ਼ਾਨਾ ਦੱਸਦੇ ਨੇ ਕਿ ਵਿਦਿਆ ਸਾਗਰ ਗ੍ਰੰਥ ਸੀ, ਬੜਾ ਭਾਰੀ, ਬੜਾ ਪਤਾ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਗ੍ਰੰਥ ਦੇ ਵਿੱਚ ਕੀ ਕੁਝ ਲਿਖਿਆ। ਤੇ ਗੁਰਮੁਖ ਪਿਆਰੋ ਵੀ ਸਰਸਾ ਦੀ ਭੇਟ ਹੋਇਆ। ਬੜਾ ਕੀਮਤੀ ਸਮਾਨ ਜਿਹੜਾ ਸੀ ਉਹ ਵੀ ਸਰਸਾ ਦੀ ਭੇਟ ਹੋ ਗਿਆ। ਬੜੇ ਜਾਨਾਂ ਤੋਂ ਵੱਧ ਪਿਆਰੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਰਸਾ ਦੀ ਭੇਟ ਹੋ ਗਏ ਨੇ। ਤੇ ਪਿਆਰ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਚਲੇ ਗਏ ਨੇ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕੁਝ ਸਿੰਘ ਰਹਿ ਗਏ ਨੇ ਗਿਣਤੀ ਦੇ। ਤੇ ਗੁਰਮੁਖ ਪਿਆਰੋ ਸਰਸਾ ਪਾਰ ਕਰ ਗਏ। ਭਾਈ ਮਨੀ ਸਿੰਘ ਜੀ ਦੇ ਨਾਲ ਮਤਾਵਾਂ ਨੇ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ, ਤੇ ਗੁਰਮੁਖ ਪਿਆਰੇ ਇੱਕ ਪਾਸੇ ਨਿਕਲ ਗਏ। ਸੋ ਇਸ ਤਰ੍ਹਾਂ ਕਰਕੇ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਹੋਇਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭਾਈ ਬਚਿੱਤਰ ਸਿੰਘ ਆ, ਜੋ ਗੁਰਮੁਖ ਪਿਆਰੇ ਕਾਫੀ ਜ਼ਖਮੀ ਹੋ ਚੁੱਕਾ ਸੀ, ਤੇ ਉਹਨਾਂ ਨੂੰ ਕੋਟਲਾ ਨਿਹੰਗ ਖਾਂ ਦੇ ਘਰ ਇੱਕ ਮੁਸਲਮਾਨ ਸ਼ਰਧਾਲੂ ਸੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ, ਕੋਟਲਾ ਨਿਹੰਗ ਖਾਂ, ਉਹਨਾਂ ਦੇ ਘਰ ਦੇ ਵਿੱਚ ਛੱਡ ਕੇ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਮਕੌਰ ਵੱਲ ਨੂੰ ਚਲੇ ਗਏ। ਬਸ ਇੰਨਾ ਕਿ ਇੱਥੇ ਫਰਕ ਪਿਆ, ਜਿਹੜੇ ਸੂਈਏ ਸੀ ਗੁਰਮੁਖ ਪਿਆਰੋ ਫਿਰ ਰਹੇ ਸਨ ਮਗਰ ਭਾਲਦੇ, ਪਰ ਇੱਕ ਪਾਸੇ ਗੁਰਮੁਖ ਪਿਆਰੇ ਮੁੱਲ ਦੀਆਂ ਫੌਜਾਂ ਤੇ ਇੱਕ ਪਾਸੇ ਜਾਨਾਂ ਵਾਰਨ ਵਾਲੇ ਪਿਆਰ ਕਰਨ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ, ਤੇ ਜਿਹੜੇ ਪਿਆਰ ਕਰਨ ਵਾਲੇ ਸੀ ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਲ ਸਰਸਾ ਪਾਰ ਕਰਕੇ ਕੁਝ ਰੁੜ ਗਏ। ਉਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਸੀ। ਜਿਹੜੇ ਹੁਣ ਫੌਜੀ ਨੇ ਗੁਰਮੁਖ ਪਿਆਰੇ ਤਨਖਾਹਾਂ ਲੈਣ ਵਾਲੇ, ਉਹ ਤਾਂ ਪਾਣੀ ਨੂੰ ਹੱਥ ਲਾ ਲਾ ਕੇ ਵੇਖ ਰਹੇ ਨੇ ਵੀ ਠੰਡਾ ਪਾਣੀ ਕਿਹੜਾ ਬੜੇ ਵਿੱਚ। ਇਸ ਤਰ੍ਹਾਂ ਕਰਕੇ ਗੁਰਮੁਖ ਪਿਆਰਿਓ ਫਰਕ ਇੰਨਾ ਕੁ ਪੈ ਗਿਆ ਵੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕੋਟਲਾ ਨਿਹੰਗ ਖਾਂ ਦੇ ਘਰ ਬਚਿੱਤਰ ਸਿੰਘ ਨੂੰ ਛੱਡ ਕੇ ਅੱਗੇ ਲੰਘ ਗਏ ਨੇ,
ਤੇ ਉਹ ਇਧਰ ਬਚਿੱਤਰ ਸਿੰਘ ਆਪਣੇ ਕੋਟਲਾ ਨਿਹੰਗ ਸਿੰਘਾਂ ਦੇ ਘਰ ਭਾਲਦੇ ਫਿਰਦੇ ਨੇ ਕਲਮੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ। ਸੋ ਇਸ ਤਰ੍ਹਾਂ ਕਰਕੇ ਭਾਈ ਬਚਿੱਤਰ ਸਿੰਘ ਜੀ ਨੇ ਫਿਰ ਕੋਟਲਾ ਨਿਹੰਗ ਸਿੰਘਾਂ ਦੇ ਘਰ ਸਰੀਰ ਛੱਡਿਆ। ਉਹਦੀ ਸਾਰੀ ਜਿਹੜੀ ਅੰਤਮ ਰਸਮ ਸੀ ਉਹ ਕੋਟਲਾ ਨਿਹੰਗ ਸਿੰਘਾਂ ਦੇ ਸਮਰ ਸਾਰੇ ਪਰਿਵਾਰ ਨੇ ਨਿਭਾਈ। ਤੇ ਅਗਲਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਚਮਕੌਰ ਸਾਹਿਬ ਦਾ ਸਾਕਾ ਜਿਹੜਾ ਇਹ ਆਪਾਂ ਸਰਵਣ ਕਰਾਂਗੇ। ਬੇਨਤੀ ਕਰਦੇ ਹਾਂ ਸੰਗਤ ਨੂੰ, ਗੁਰਮੁਖ ਪਿਆਰਿਓ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਗਈਆਂ ਨੇ। ਉਹਨਾਂ ਸਾਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਵਾਸਤੇ ਆਪਾਂ ਤੋਂ ਉੱਥੇ ਨਹੀਂ ਜਾਇਆ ਜਾਂਦਾ। ਦੇਖੋ ਕਿੰਨੀ ਠੰਡ ਦੇ ਵਿੱਚ ਅੱਜ ਸਾਡੇ ਕਿਸਾਨ ਭਰਾ ਦਿੱਲੀ ਬੈਠੇ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬਜ਼ਾਦਿਆਂ ਦੀਆਂ ਯਾਦਾਂ ਫਤਿਹਗੜ੍ਹ ਸਾਹਿਬ ਸੰਗਤਾਂ ਮਨਾ ਰਹੀਆਂ ਨੇ। ਤੇ ਆਪਾਂ ਨੂੰ ਤਾਂ ਇੱਥੇ ਸਾਰੀਆਂ ਸਹੂਲਤਾਂ ਮਹਾਰਾਜ ਨੇ ਦਿੱਤੀਆਂ ਨੇ, ਸਭ ਕੁਝ ਦਿੱਤਾ, ਗੱਡੀਆਂ ਕਾਰਾਂ ਮੋਟਰਾਂ ਦਿੱਤੀਆਂ ਨੇ। ਸਮੇਂ ਤੋਂ ਸਮਾਂ ਕੱਢ ਕੇ ਜ਼ਰੂਰ ਗੁਰਮੁਖ ਪਿਆਰਿਓ ਸ਼ਾਮ ਦੇ ਦੀਵਾਨਾਂ ਦੇ ਵਿੱਚ ਸਮੇਂ ਸਿਰ ਹਾਜ਼ਰੀ ਭਰ ਕੇ ਉਹਨਾਂ ਸ਼ਹੀਦਾਂ ਨੂੰ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾਂ ਨੂੰ ਯਾਦ ਕਰੀਏ। ਕੱਲ੍ਹ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਆਪਾਂ ਗੱਲ ਕਰਾਂਗੇ ਤੇ ਪਰਸੋਂ ਨੂੰ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਫਤਿਹਗੜ੍ਹ ਸਾਹਿਬ ਦਾ ਸਾਕਾ ਜਿੰਨੀ ਕੁ ਮਹਾਰਾਜ ਨੇ ਮਾਤਾ ਨੂੰ ਬਖਸ਼ੀ ਹੈ ਰਲ ਮਿਲ ਕੇ ਵਿਚਾਰ ਕਰਾਂਗੇ। ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਗੁਰ ਸਤਿ ਪੜ੍ਹ ਕੇ ਸਮਾਪਤੀ ਕਰੀਏ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੇ, ਖਾਲਸਾ ਸਾਧ ਸੰਗਤ ਜੀ, ਬੜ ਭਾਗੇ ਹਾਂ ਸਭ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸੋ ਆਓ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ